ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ। ਅੱਜ ਅਸੀਂ ਲੈ ਕੇ ਆਏ ਤੁਹਾਡੇ ਲਈ ਇੱਕ ਨਵੀਂ ਵੀਡੀਓ। ਇਹਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਭਾਰਤ ਦੇ ਇਤਿਹਾਸ ਵਿੱਚ ਕਿਹੜੀਆਂ-ਕਿਹੜੀਆਂ ਪ੍ਰਮੁੱਖ ਲੜਾਈਆਂ ਲੜੀਆਂ ਗਈਆਂ, ਕਿਉਂਕਿ ਪੇਪਰਾਂ ਦੇ ਵਿੱਚ ਅਕਸਰ ਇਹਨਾਂ ਦੇ ਵਿੱਚੋਂ ਕੁਐਸਚਨ ਬਣਦੇ ਰਹਿੰਦੇ ਨੇ। ਕਦੋਂ ਕਿਹੜੀ ਲੜਾਈ ਕਿੱਥੇ ਲੜੀ ਗਈ, ਕਿਹਨਾਂ ਦੇ ਵਿਚਕਾਰ ਲੜੀ ਗਈ, ਉਹਦਾ ਵਿਜੇਤਾ ਕੌਣ ਰਿਹਾ, ਕੀ ਉਹਦਾ ਰਿਜ਼ਲਟ ਨਿਕਲਿਆ, ਐਵੇਂ ਦੇ ਕੁਐਸਚਨ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ। ਠੀਕ ਹੈ ਜੀ, ਠੀਕ ਹੈ ਦੋਸਤੋ, ਆਪਣੇ ਹੱਥ ਨਾਲ ਲਿਖ ਕੇ ਹੈਂਡ ਰਿਟਨ ਨੋਟਸ ਬਣਾ ਲਿਓ, ਸ਼ਾਰਟ ਨੋਟਸ, ਤਾਂ ਕਿ ਤੁਹਾਨੂੰ ਰਿਵੀਜ਼ਨ ਕਰਨ ਦੇ ਵੇਲੇ ਕੋਈ ਦਿੱਕਤ ਨਾ ਆਵੇ, ਬਾਰ-ਬਾਰ ਤੁਹਾਨੂੰ ਵੀਡੀਓਜ਼ ਨਾ ਦੇਖਣੀਆਂ ਪੈਣ। ਠੀਕ ਹੈ ਜੀ, ਠੀਕ ਹੈ, ज़्यादा टाइम वेस्ट ना करते हुए चलते हैं अज की वीडियो वाल। हाईडेस्पस की लड़ाई दोस्तों, ये लड़ाई बहुत ज़्यादा फेमस है क्योंकि ये ईसा पूर्व ਦੀਆਂ 2-3 लड़ाइयां ने बहुत ज़्यादा फेमस ने। इन्हों तुसीं लिख के रख लो। 326 ईसा पूर्व ਦੇ ਵਿੱਚ ਇਹ ਲੜਾਈ ਸਿਕੰਦਰ ਅਤੇ ਪੰਜਾਬ ਦੇ ਰਾਜੇ ਪੋਰਸ ਦੇ ਵਿਚਾਲੇ ਲੜੀ ਗਈ ਸੀ। ਠੀਕ ਹੈ ਜੀ, ਇਹ ਲੜਾਈ ਜਿਹਲਮ ਨਦੀ ਦੇ ਕੰਢੇ ਤੇ ਲੜੀ ਗਈ ਸੀ। ਜਿਹਲਮ ਨਦੀ ਦੇ ਕੰਢੇ ਤੇ ਇਹ ਲੜੀ ਗਈ ਸੀ। ਸਿਕੰਦਰ ਨੇ ਪੋਰਸ ਨੂੰ ਹਰਾਤਾ ਸੀ। ਹਰਾਉਣ ਤੋਂ ਬਾਅਦ ਪੋਰਸ ਨੇ ਸਿਕੰਦਰ ਨੂੰ ਆਪਣੇ ਦਰਬਾਰ ਦੇ ਵਿੱਚ ਬੁਲਾਇਆ ਅਤੇ ਉਹਨੂੰ ਪੁੱਛਿਆ ਕਿ ਤੇਰੇ ਨਾਲ ਕਿਵੇਂ ਦਾ ਸਲੂਕ ਕੀਤਾ ਜਾਣਾ ਚਾਹੀਦਾ। ਤਾਂ ਪੋਰਸ ਨੇ ਬਹੁਤ ਬਹਾਦਰੀ ਨਾਲ ਜਵਾਬ ਦਿੱਤਾ ਸੀ ਕਿ ਜਿੱਤਣ ਤੋਂ ਬਾਅਦ ਜਿਵੇਂ ਦਾ ਇੱਕ ਰਾਜੇ ਨੂੰ ਦੂਜੇ ਨਾਲ ਰਾਜੇ ਨਾਲ ਸਲੂਕ ਕਰਨਾ ਚਾਹੀਦਾ ਹੈ, ਮੇਰੇ ਨਾਲ ਉਵੇਂ ਦਾ ਸਲੂਕ ਕੀਤਾ ਜਾਵੇ। ਅਤੇ ਸਿਕੰਦਰ ਉਹ ਤੋਂ ਬਹੁਤ ਖੁਸ਼ ਹੋਇਆ ਸੀ। ਇਸ ਕਰਕੇ ਸਿਕੰਦਰ ਨੇ ਉਹਨੂੰ ਛੱਡਤਾ ਸੀ ਕਿ ਇੰਨੇ ਮਤਲਬ ਬਹਾਦਰ ਜਿਹੜੇ ਸ਼ਾਸਕ ਦੇ ਨਾਲ ਉਹਦੀ ਲੜਾਈ ਹੋਈ ਹੈ। ਠੀਕ ਹੈ ਜੀ, ਹਾਈਡੈਸਪਸ ਦੀ ਲੜਾਈ ਦੇ ਵਿੱਚੋਂ ਮੈਕਸੀਮਮ ਤਾਂ ਕੁਐਸਚਨ ਇਹ ਜ਼ਿਆਦਾ ਫੇਮਸ ਹੈ ਕਿ ਕਿਹੜੀ ਨਦੀ ਦੇ ਕੰਢੇ 'ਤੇ ਇਹ ਹੋਇਆ ਸੀ। ਜਿਹਲਮ ਨਦੀ ਦੇ ਕੰਢੇ 'ਤੇ ਹੋਇਆ ਸੀ। 326 ਈਸਾ ਪੂਰਵ ਦੇ ਵਿੱਚ ਹੋਇਆ ਸੀ। ਇਹਦੇ ਵਿੱਚ ਇੱਕ ਚੀਜ਼ ਨੋਟ ਕਰਕੇ ਰੱਖ ਲਿਓ ਕਿ ਸਿਕੰਦਰ ਅਤੇ ਚੰਦਰਗੁਪਤ ਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ਨ ਹੋ ਜਾਂਦੀ ਹੈ। ਠੀਕ ਹੈ ਜੀ, ਸਿਕੰਦਰ ਅਤੇ ਚੰਦਰਗੁਪਤ ਦੇ ਵਿੱਚ, ਚੰਦਰਗੁਪਤ ਅਤੇ ਸਿਕੰਦਰ ਦੀ ਆਪਸ ਦੇ ਵਿੱਚ ਕੋਈ ਲੜਾਈ ਹੋਈ ਜਾਂ ਨਹੀਂ ਹੋਈ। ਜਿਹੜਾ ਚੰਦਰਗੁਪਤ ਦਾ ਟਾਈਮ ਪੀਰੀਅਡ ਸੀ ਉਹ 221 ਈਸਾ ਪੂਰਵ ਸੀ। ਠੀਕ ਹੈ, ਅਤੇ ਸਿਕੰਦਰ 326 ਈਸਾ ਪੂਰਵ ਦੇ ਵਿੱਚ ਭਾਰਤ 'ਤੇ ਉਹਨੇ ਹਮਲਾ ਕੀਤਾ ਸੀ। ਸਿਕੰਦਰ ਨੇ 326 'ਚ ਕੀਤਾ ਅਤੇ ਚੰਦਰਗੁਪਤ ਦਾ ਟਾਈਮ ਪੀਰੀਅਡ ਸੀ 321 ਈਸਾ ਪੂਰਵ ਦਾ। ਠੀਕ ਹੈ ਜੀ, 221 ਨਹੀਂ 321 ਕਰ ਲੈਣਾ। 321 ਈਸਾ ਪੂਰਵ ਦੇ ਵਿੱਚ ਮਤਲਬ ਕਿ ਉਹ ਸਿਕੰਦਰ ਤੋਂ ਬਾਅਦ 'ਚ ਆਇਆ। ਬਿਲਕੁਲ ਕਲੀਅਰ ਰੱਖਿਓ ਕਿ ਸਿਕੰਦਰ ਅਤੇ ਚੰਦਰਗੁਪਤ ਦੇ ਵਿਚਾਲੇ ਕੋਈ ਵੀ ਲੜਾਈ ਨਹੀਂ ਹੋਈ। ਠੀਕ ਹੈ ਜੀ, ਚੱਲਦੇ ਹਾਂ ਅਗਲੀ ਲੜਾਈ ਵੱਲ। ਕਲਿੰਗ ਦਾ ਯੁੱਧ 261 ਈਸਾ ਪੂਰਵ ਦੇ ਵਿੱਚ ਸਮਰਾਟ ਅਸ਼ੋਕ ਨੇ ਕਲਿੰਗ 'ਤੇ ਹਮਲਾ ਕੀਤਾ ਸੀ ਅਤੇ ਉਸ ਲੜਾਈ ਦੇ ਵਿੱਚ ਇੰਨਾ ਜ਼ਿਆਦਾ ਖੂਨ ਖਰਾਬਾ ਹੋਇਆ ਕਿ ਸਮਰਾਟ ਅਸ਼ੋਕ ਨੇ ਉਸ ਤੋਂ ਬਾਅਦ ਯੁੱਧ ਤਿਆਗਤਾ ਕਿ ਅੱਜ ਤੋਂ ਬਾਅਦ ਕੋਈ ਵੀ ਲੜਾਈ ਜਾਂ ਯੁੱਧ ਉਹਨੇ ਨਹੀਂ ਕਰਨਾ। ਠੀਕ ਹੈ, ਇਹ ਲੜਾਈ ਇਸੇ ਲਈ ਜ਼ਿਆਦਾ ਫੇਮਸ ਹੈ ਕਿਉਂਕਿ ਅਸ਼ੋਕ ਨੇ ਕਲਿੰਗ ਦੇ ਮਤਲਬ ਯੁੱਧ ਤੋਂ ਬਾਅਦ ਉਹਨੇ ਯੁੱਧ ਤਿਆਗ ਹੀ ਦਿੱਤਾ ਸੀ ਬਿਲਕੁਲ ਕਿ ਅੱਜ ਤੋਂ ਬਾਅਦ ਉਹਨੇ ਯੁੱਧ ਨਹੀਂ ਕਰਨਾ। ਠੀਕ ਹੈ ਜੀ, ਚੱਲਦੇ ਹਾਂ ਅੱਗੇ। ਸਿੰਧ ਦੀ ਲੜਾਈ 712 ਈਸਵੀ ਦੇ ਵਿੱਚ ਲੜੀ ਗਈ ਸੀ। ਇਹ ਈਸਾ ਪੂਰਵ ਜਿਹੜਾ ਈਸਾ ਤੋਂ ਪਹਿਲਾਂ ਦਾ ਟਾਈਮ ਹੋਇਆ, ਯੀਸ਼ੂ ਤੋਂ ਪਹਿਲਾਂ ਦਾ ਟਾਈਮ ਹੋਇਆ, ਹੁਣ ਈਸਵੀ ਦੇ ਵਿੱਚ ਅਸੀਂ ਲੰਘੇ ਆਏ ਤਾਂ 712 ਈਸਵੀ ਦੇ ਵਿੱਚ ਹੋਈ ਸੀ ਇਹ ਸਿੰਧ ਦੀ ਲੜਾਈ। ਮੁਹੰਮਦ ਕਾਸਿਮ ਨੇ ਸਿੰਧ 'ਤੇ ਉਸ ਟਾਈਮ ਹਿੰਦੂ ਸ਼ਾਸਨ ਸੀ ਉਸ ਟਾਈਮ 'ਤੇ। ਦਾਹਿਰ ਸੇਨ ਅੰਤਿਮ ਸ਼ਾਸਕ ਹੋਏ ਨੇ, ਹਿੰਦੂ ਸ਼ਾਸਕ ਹੋਏ ਨੇ ਇਹ। ਅਤੇ 712 ਈਸਵੀ ਦੇ ਵਿੱਚ ਮੁਹੰਮਦ ਕਾਸਿਮ ਨੇ ਦਾਹਿਰ ਸੇਨ ਨੂੰ ਮਾਰ ਕੇ ਹਿੰਦੂ ਸ਼ਾਸਨ ਨੂੰ ਇੱਥੋਂ ਖਤਮ ਕਰਤਾ ਸੀ ਸਿੰਧ ਦੇ ਵਿੱਚੋਂ। ਅਤੇ ਅਰਬਾਂ ਦਾ ਇਹ ਪਹਿਲਾ ਹਮਲਾ ਸੀ ਅਤੇ ਇੱਥੇ ਅਰਬਾਂ ਦਾ ਸਾਮਰਾਜ ਜਿਹੜਾ ਹੁਣ ਸਥਾਪਿਤ ਹੋ ਗਿਆ ਸੀ। ਇਹਦੇ ਵਿੱਚੋਂ ਮੈਕਸੀਮਮ ਮੋਸਟਲੀ ਇਹ ਕੁਐਸਚਨ ਜ਼ਿਆਦਾ ਫੇਮਸ ਬਣਦਾ ਕਿ ਅਰਬਾਂ ਦਾ ਪਹਿਲਾ ਹਮਲਾ ਕਦੋਂ ਅਤੇ ਕਿਸਨੇ ਕੀਤਾ ਸੀ। 712 ਦੇ ਵਿੱਚ ਕੀਤਾ, ਮੁਹੰਮਦ ਕਾਸਿਮ ਨੇ ਕੀਤਾ। ਠੀਕ ਹੈ, ਚੱਲਦੇ ਹਾਂ ਅੱਗੇ ਜੀ। ਤਰਾਇਨ ਦੀ ਲੜਾਈ ਬਾਰੇ ਸੁਣਿਆ ਹੋਣਾ, ਨਾਮ ਤਾਂ ਸੁਣਿਆ ਹੀ ਹੋਣਾ ਵੈਸੇ। ਤਰਾਇਨ ਦੀ ਲੜਾਈ ਜਿਹੜੀ 1191 ਦੇ ਵਿੱਚ ਹੋਈ ਸੀ, ਇਹ ਮੁਹੰਮਦ ਗੌਰੀ ਅਤੇ ਪ੍ਰਿਥਵੀ ਰਾਜ ਚੌਹਾਨ ਦੇ ਵਿਚਾਲੇ ਹੋਈ ਸੀ। ਪ੍ਰਿਥਵੀ ਰਾਜ ਚੌਹਾਨ ਨੇ ਮੁਹੰਮਦ ਗੌਰੀ ਨੂੰ ਬਹੁਤ ਬੁਰੀ ਤਰ੍ਹਾਂ ਇਹਦੇ ਵਿੱਚ ਹਰਾਤਾ ਸੀ। ਮੁਹੰਮਦ ਗੌਰੀ ਨੇ ਆਪਣੀ ਹਾਰ ਦਾ ਬਦਲਾ ਲੈਣ ਲਈ ਅਗਲੇ ਸਾਲ ਫਿਰ ਤੋਂ ਪ੍ਰਿਥਵੀ ਰਾਜ ਚੌਹਾਨ 'ਤੇ ਹਮਲਾ ਕੀਤਾ ਅਤੇ 1192 ਦੇ ਵਿੱਚ ਮਤਲਬ ਫਿਰ ਮੁਹੰਮਦ ਗੌਰੀ ਨੇ ਆਪਣੀ ਹਾਰ ਦਾ ਬਦਲਾ ਲੈ ਲਿਆ ਸੀ। ਪ੍ਰਿਥਵੀ ਰਾਜ ਚੌਹਾਨ ਨੂੰ ਮੁਹੰਮਦ ਗੌਰੀ ਨੇ ਹਰਾਤਾ ਸੀ। ਠੀਕ ਹੈ, 1191 'ਚ ਪਹਿਲੀ ਲੜਾਈ ਹੋਈ, 92 'ਚ ਦੂਜੀ ਲੜਾਈ ਹੋਈ। ਪਹਿਲੀ 'ਚ ਪ੍ਰਿਥਵੀ ਰਾਜ ਨੇ ਮੁਹੰਮਦ ਗੌਰੀ ਨੂੰ ਹਰਾਤਾ ਸੀ ਅਤੇ ਦੂਜੀ ਦੇ ਵਿੱਚ ਮੁਹੰਮਦ ਗੌਰੀ ਨੇ ਪ੍ਰਿਥਵੀ ਰਾਜ ਤੋਂ ਆਪਣਾ ਬਦਲਾ ਲੈ ਲਿਆ ਸੀ। ਠੀਕ ਹੈ ਦੋਸਤੋ, ਚੱਲਦੇ ਅੱਗੇ। ਬਾਬਰ ਦੀਆਂ ਲੜਾਈਆਂ। ਬਾਬਰ ਨੇ 4 ਯੁੱਧ ਕੀਤੇ ਸੀ ਭਾਰਤ ਦੇ ਵਿੱਚ। ਸਾਰਿਆਂ ਤੋਂ ਪਹਿਲਾਂ ਪਾਣੀਪਤ ਦੀ ਪਹਿਲੀ ਲੜਾਈ 1526 ਈਸਵੀ ਦੇ ਵਿੱਚ ਬਾਬਰ ਅਤੇ ਇਬਰਾਹਿਮ ਲੋਧੀ ਦੇ ਵਿਚਾਲੇ ਹੋਈ ਸੀ। ਇਹਦੇ ਵਿੱਚ ਬਾਬਰ ਨੇ ਇਬਰਾਹਿਮ ਲੋਧੀ ਨੂੰ ਮਾਰ ਕੇ ਇਹਨੇ ਭਾਰਤ ਦੇ ਵਿੱਚੋਂ ਲੋਧੀ ਵੰਸ਼ ਦਾ ਜਿਹੜਾ ਖਾਤਮਾ ਕਰਤਾ ਸੀ। ਲੋਧੀ ਵੰਸ਼ ਨੂੰ ਖਤਮ ਕਰਤਾ ਸੀ ਅਤੇ ਮੁਗਲ ਵੰਸ਼ ਦੀ ਇਹਨੇ ਨੀਂਹ ਰੱਖੀ ਸੀ। ਠੀਕ ਹੈ ਜੀ, ਲੋਧੀ ਵੰਸ਼ ਨੂੰ ਖਤਮ ਕਰਕੇ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਮੁਗਲ ਵੰਸ਼ ਦੀ ਨੀਂਹ ਰੱਖਣ ਵਾਲਾ ਸੀ ਬਾਬਰ। 1526 ਦੇ ਵਿੱਚ ਪਹਿਲਾ ਪਾਣੀਪਤ ਦਾ ਯੁੱਧ ਲੜੇਗਾ। ਉਸ ਤੋਂ ਬਾਅਦ ਖਾਨਵਾ ਦਾ ਯੁੱਧ 1527 ਦੇ ਵਿੱਚ ਲੜੇਗਾ। ਰਾਜਪੂਤ ਰਾਜਾ ਸੀ ਰਾਣਾ ਸੰਗਾ, ਇਹਨੂੰ ਬਾਬਰ ਨੇ ਬਹੁਤ ਬੁਰੀ ਤਰ੍ਹਾਂ ਹਰਾਇਆ ਸੀ।
ਉਸ ਤੋਂ ਬਾਅਦ ਚੰਦੇਰੀ ਦਾ ਯੁੱਧ 1528 ਦੇ ਵਿੱਚ ਲੜਿਆ ਗਿਆ। ਇਹਦੇ ਵਿੱਚ ਵੀ ਰਾਜਪੂਤਾਂ ਨੂੰ ਬੁਰੀ ਤਰ੍ਹਾਂ ਹਰਾਇਆ ਸੀ ਬਾਬਰ ਨੇ। ਅਤੇ ਉਸ ਤੋਂ ਬਾਅਦ ਘਾਗਰਾ ਦੀ ਲੜਾਈ, ਘਾਗਰਾ ਦੀ ਲੜਾਈ ਇਹ, ਠੀਕ ਹੈ ਜੀ। ਘਾਗਰਾ ਦੀ ਲੜਾਈ 1529 ਦੇ ਵਿੱਚ ਲੜੀ ਗਈ ਸੀ। 1529 ਦੇ ਵਿੱਚ ਬਾਬਰ ਨੇ ਮਹਿਮੂਦ ਲੋਦੀ ਦੀ ਅਗਵਾਈ ਦੇ ਵਿੱਚ ਅਫਗਾਨਾਂ ਦੀ ਫੌਜ ਆਈ ਸੀ, ਠੀਕ ਹੈ। ਅਫਗਾਨਾਂ ਨੂੰ ਹਰਾ ਕੇ ਭਜਾਤਾ ਸੀ ਬਾਬਰ ਨੇ, ਠੀਕ ਹੈ ਜੀ। ਚੱਲਦੇ ਹਾਂ ਅੱਗੇ। ਚੌਸਾ ਦੀ ਲੜਾਈ ਹੈ, ਚੌਸਾ ਦੀ ਲੜਾਈ 1539 ਦੇ ਵਿੱਚ ਸ਼ੇਰ ਸ਼ਾਹ ਸੂਰੀ ਅਤੇ ਹੁਮਾਯੂੰ ਦੇ ਵਿਚਾਲੇ ਲੜੀ ਗਈ ਸੀ, ਠੀਕ ਹੈ। ਇਹਦੇ ਵਿੱਚ ਹੁਮਾਯੂੰ ਨੂੰ ਸ਼ੇਰ ਸ਼ਾਹ ਸੂਰੀ ਨੇ ਹਰਾ ਤਾਂ ਦਿੱਤਾ ਸੀ ਪਰ ਭਾਰਤ ਛੱਡਣ ਲਈ ਮਜਬੂਰ ਨਹੀਂ ਕੀਤਾ ਸੀ। ਪਰ ਅਗਲੇ ਸਾਲ ਕਨੌਜ 'ਚ ਫਿਰ ਇਹਨਾਂ ਦੋਨਾਂ ਦੇ ਵਿਚਾਲੇ ਲੜਾਈ ਹੋਈ। 1539 'ਚ ਚੌਸਾ ਦੀ, 1540 'ਚ ਕਨੌਜ ਦੀ। ਇਹਦੇ ਵਿੱਚ ਵੀ ਸ਼ੇਰ ਸ਼ਾਹ ਸੂਰੀ ਨੇ ਹੁਮਾਯੂੰ ਨੂੰ ਫਿਰ ਹਰਾਇਆ, ਪਰ ਉਸ ਮਤਲਬ 1539 ਦੇ ਵਿੱਚ ਤਾਂ ਭਾਰਤ ਛੱਡਣ ਲਈ ਮਜਬੂਰ ਨਹੀਂ ਕੀਤਾ ਸੀ, ਪਰ 1540 'ਚ ਹਰਾ ਕੇ ਇਹਨੂੰ ਭਾਰਤ ਛੱਡਣ ਲਈ ਮਜਬੂਰ ਕਰਤਾ, ਠੀਕ ਹੈ ਜੀ। ਚੱਲਦੇ ਹਾਂ ਅੱਗੇ। ਪਾਣੀਪਤ ਦੀ ਪਹਿਲੀ ਲੜਾਈ ਤੁਸੀਂ ਪੜ੍ਹੀ ਸੀ 1526 'ਚ, ਅਕਬਰ ਅਤੇ ਇਬਰਾਹਿਮ ਲੋਧੀ ਦੇ ਵਿਚਾਲੇ। ਉਹਦੇ ਵਿੱਚ ਬਾਬਰ ਅਤੇ ਇਬਰਾਹਿਮ ਲੋਧੀ ਦੇ ਵਿਚਾਲੇ। ਉਹਦੇ ਵਿੱਚ ਬਾਬਰ ਨੇ ਇਬਰਾਹਿਮ ਲੋਧੀ ਨੂੰ ਹਰਾਤਾ ਸੀ। ਦੂਜੀ ਲੜਾਈ 1556 'ਚ ਅਕਬਰ ਅਤੇ ਹੇਮੂ ਦੇ ਵਿਚਾਲੇ ਹੋਈ ਸੀ। ਇਹਦੇ ਵਿੱਚ ਅਕਬਰ ਨੇ ਹੇਮੂ ਨੂੰ ਹਰਾਤਾ ਸੀ। ਅਤੇ ਪਾਣੀਪਤ ਦੀ ਤੀਜੀ ਲੜਾਈ 1761 ਦੇ ਵਿੱਚ ਹੋਈ ਸੀ ਅਹਿਮਦ ਸ਼ਾਹ ਅਬਦਾਲੀ ਅਤੇ ਮਰਾਠਿਆਂ ਦੇ ਵਿਚਾਲੇ। ਮਰਾਠਿਆਂ ਦੀ ਹੈਲਪ ਕੀਤੀ ਸੀ ਫਰਾਂਸੀਸੀਆਂ ਨੇ, ਠੀਕ ਹੈ ਜੀ। ਪਰ ਇਹਨਾਂ ਦੋਨਾਂ ਦੀ, ਮਰਾਠਿਆਂ ਅਤੇ ਫਰਾਂਸੀਸੀਆਂ ਦੀ ਜਿਹੜੀ ਕੰਬਾਈਨਡ ਫੌਜ ਸੀ, ਇਹਨੂੰ ਅਹਿਮਦ ਸ਼ਾਹ ਅਬਦਾਲੀ ਨੇ ਹਰਾਤਾ ਸੀ। ਪਾਣੀਪਤ ਦੀ ਪਹਿਲੀ ਲੜਾਈ 1526 'ਚ, ਦੂਜੀ 1556 'ਚ ਅਤੇ ਤੀਜੀ 1761 'ਚ, ਠੀਕ ਹੈ ਜੀ। ਚੱਲਦੇ ਹਾਂ ਅੱਗੇ। ਤਾਲੀਕੋਟਾ ਦਾ ਯੁੱਧ, ਇਹ ਕਾਫੀ ਫੇਮਸ ਹੈ। ਇਹਨੂੰ ਬੰਨੀ ਹੱਟੀ ਦਾ ਯੁੱਧ ਵੀ ਕਹਿੰਦੇ ਨੇ, ਇਹਨੂੰ। ਅਤੇ ਰਾਖਸ਼ੀ ਤਰੰਗਣੀ ਦਾ ਯੁੱਧ ਵੀ ਕਹਿੰਦੇ ਨੇ ਇਹਨੂੰ, ਰਾਖਸ਼ੀ ਤਰੰਗਣੀ ਦਾ ਯੁੱਧ। ਤਿੰਨੋਂ ਨਾਮ ਇਸੇ ਦੇ ਹੀ ਨੇ, ਕੋਈ ਵੀ ਤੁਹਾਨੂੰ ਪੇਪਰ ਦੇ ਵਿੱਚ ਦਿੱਤਾ ਜਾ ਸਕਦਾ ਹੈ। ਤਾਲੀਕੋਟਾ ਦਾ ਯੁੱਧ, ਬੰਨੀ ਹੱਟੀ ਦਾ ਯੁੱਧ ਜਾਂ ਰਾਖਸ਼ੀ ਤਰੰਗਣੀ ਦਾ ਯੁੱਧ, ਠੀਕ ਹੈ ਜੀ। ਇਹ ਤਿੰਨੋਂ ਮਤਲਬ ਨਾਮ ਇੱਕੋ ਯੁੱਧ ਦੇ ਨੇ। ਇਹਦੇ ਵਿੱਚ ਕੀ ਹੋਇਆ ਸੀ, 1565 ਦੇ ਵਿੱਚ ਵਿਜੇਨਗਰ ਸਾਮਰਾਜ ਤੇ ਦੱਖਣ ਦੇ 4 ਰਾਜਾਂ ਨੇ ਮਿਲ ਕੇ ਅਟੈਕ ਕੀਤਾ ਸੀ ਅਤੇ ਵਿਜੇਨਗਰ ਨੂੰ ਹਰਾ ਕੇ ਵਿਜੇਨਗਰ ਸਾਮਰਾਜ ਦਾ ਅੰਤ ਕਰਤਾ ਸੀ, ਠੀਕ ਹੈ ਜੀ। ਦੁਬਾਰਾ ਸੁਣੋ, ਜਿਹੜਾ ਤਾਲੀਕੋਟਾ ਦਾ ਯੁੱਧ ਹੈ ਇਹਨੂੰ ਬੰਨੀ ਹੱਟੀ ਦਾ ਯੁੱਧ ਵੀ ਕਹਿੰਦੇ ਨੇ, ਇਸੇ ਨੂੰ ਹੀ ਰਾਖਸ਼ੀ ਤਰੰਗਣੀ ਦਾ ਯੁੱਧ ਵੀ ਕਹਿੰਦੇ ਨੇ। 1565 ਦੇ ਵਿੱਚ ਹੋਇਆ ਸੀ। ਇਹਦੇ ਵਿੱਚ 4 ਸਾਮਰਾਜ ਸੀ, ਅਹਿਮਦਨਗਰ, ਬੀਜਾਪੁਰ, ਗੋਲਕੁੰਡਾ ਅਤੇ ਬਿਦਰ। ਇਹਨਾਂ 4 ਨੇ ਮਿਲ ਕੇ ਵਿਜੇਨਗਰ ਸਾਮਰਾਜ ਨੂੰ ਬੁਰੀ ਤਰ੍ਹਾਂ ਹਰਾਇਆ ਸੀ। ਅਤੇ ਉਸ ਤੋਂ ਬਾਅਦ ਜਿਹੜਾ ਵਿਜੇਨਗਰ ਸਾਮਰਾਜ ਸੀ, ਇਹ ਛੋਟੇ ਟੁਕੜਿਆਂ ਦੇ ਵਿੱਚ, ਛੋਟੇ ਰਾਜਾਂ ਦੇ ਵਿੱਚ ਟੁੱਟ ਗਿਆ ਸੀ। ਇਹ ਵੀ ਬਣਦਾ ਕਿ ਵਿਜੇਨਗਰ ਸਾਮਰਾਜ ਦਾ ਜਿਹੜਾ ਅੰਤ ਸੀ ਕਿਹੜੇ ਯੁੱਧ ਤੋਂ ਬਾਅਦ ਹੋਇਆ। ਇਹ ਐਵੇਂ ਦੇ ਕੁਐਸਚਨ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖ ਲਿਓ। ਹਲਦੀ ਘਾਟੀ ਦੀ ਲੜਾਈ 1576 ਈਸਵੀ ਦੇ ਵਿੱਚ ਹਲਦੀ ਘਾਟੀ ਦੀ ਲੜਾਈ ਲੜੀ ਗਈ ਸੀ, ਠੀਕ ਹੈ। ਇਹ ਅਕਬਰ ਅਤੇ ਰਾਣਾ ਪ੍ਰਤਾਪ ਦੇ ਵਿਚਾਲੇ ਲੜੀ ਗਈ ਸੀ। ਇਹਦੇ ਵਿੱਚ ਅਕਬਰ ਨੇ ਰਾਣਾ ਪ੍ਰਤਾਪ ਨੂੰ ਹਰਾਤਾ ਸੀ। ਪਲਾਸੀ ਦੀ ਲੜਾਈ, ਇਹ ਬਹੁਤ ਜ਼ਿਆਦਾ ਫੇਮਸ ਹੈ, ਇਹ ਤੁਸੀਂ ਯਾਦ ਰੱਖ ਲਿਓ। ਇਹ 1557 ਦੇ ਵਿੱਚ ਲੜੀ ਗਈ ਸੀ। ਅੰਗਰੇਜ਼ਾਂ ਅਤੇ ਬੰਗਾਲ ਦੇ ਨਵਾਬ ਸਿਰਾਜੂਦੌਲਾ ਦੇ ਵਿਚਕਾਰ ਲੜੀ ਗਈ ਸੀ। ਅੰਗਰੇਜ਼ਾਂ ਨੇ ਸਿਰਾਜੂਦੌਲਾ ਨੂੰ ਹਰਾਤਾ ਸੀ, ਪਰ ਸਿਰਾਜੂਦੌਲਾ ਦੀ ਹਾਰ ਦਾ ਕਾਰਨ ਅੰਗਰੇਜ਼ਾਂ ਦੀ ਪਾਵਰ ਨਹੀਂ ਸੀ ਇਹਦੇ ਵਿੱਚ, ਬਲਕਿ ਇਹਦੇ ਹੀ ਆਪਣੇ ਸੈਨਾਪਤੀਆਂ ਨੇ ਅਤੇ ਇਸ ਦੀ ਮਾਸੀ ਦਾ ਮੁੰਡਾ, ਉਹਨਾਂ ਸਾਰਿਆਂ ਨੇ ਇਹਦੇ ਨਾਲ ਗੱਦਾਰੀ ਕੀਤੀ ਸੀ। ਇਹਨਾਂ ਸਾਰਿਆਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ। ਇਹਦੇ ਕਰਕੇ ਮਤਲਬ ਅੰਗਰੇਜ਼ਾਂ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ ਅਤੇ ਬਹੁਤ ਆਸਾਨੀ ਨਾਲ ਅੰਗਰੇਜ਼ਾਂ ਨੇ ਇਹ ਲੜਾਈ ਜਿੱਤ ਲਈ ਸੀ। 1757 ਦੇ ਵਿੱਚ ਪਲਾਸੀ ਦੀ ਲੜਾਈ। ਪਰ ਉਸ ਤੋਂ ਬਾਅਦ 1764 'ਚ ਹੋਈ ਸੀ ਬਕਸਰ ਦੀ ਲੜਾਈ। ਇਹਦੇ ਵਿੱਚ ਅੰਗਰੇਜ਼ਾਂ ਨੇ ਆਪਣੀ ਪਾਵਰ ਦਿਖਾਈ ਸੀ। ਉਸ ਟਾਈਮ ਸਿਰਾਜੂਦੌਲਾ ਤਾਂ ਨਹੀਂ ਸੀ, ਪਰ ਬੰਗਾਲ ਦਾ ਨਵਾਬ ਸੀ ਸੁਜਾਊਦੌਲਾ, ਠੀਕ ਹੈ ਜੀ। ਸੁਜਾਊਦੌਲਾ ਅਤੇ ਇਹਦੀ ਹੈਲਪ ਕਰ ਰਿਹਾ ਸੀ ਅਵਧ ਦਾ ਨਵਾਬ ਮੀਰ ਕਾਸਿਮ ਅਤੇ ਮੁਗਲਾਂ ਦਾ ਸਮਰਾਟ ਸ਼ਾਹ ਆਲਮ ਦੂਜਾ। ਇਹਨਾਂ ਦੋਨਾਂ ਨੇ ਇਹਦੀ ਮਦਦ ਕੀਤੀ ਸੀ, ਪਰ ਤਿੰਨਾਂ ਦੀ ਜਿਹੜੀ ਕੰਬਾਈਨਡ ਫੌਜ ਸੀ, ਇਹਨਾਂ ਤਿੰਨਾਂ ਦੀ ਕੰਬਾਈਨਡ ਫੌਜ ਨੂੰ ਹਰਾਤਾ ਸੀ ਅੰਗਰੇਜ਼ਾਂ ਨੇ। ਮਤਲਬ ਇੱਥੇ ਅੰਗਰੇਜ਼ਾਂ ਨੇ ਆਪਣੀ ਪਾਵਰ ਦਾ ਜਿਹੜਾ ਅਸਲੀ ਪ੍ਰਦਰਸ਼ਨ ਕਰਿਆ ਸੀ, ਅੰਗਰੇਜ਼ਾਂ ਨੇ ਇੱਥੇ ਆਪਣੀ ਅਸਲੀ ਤਾਕਤ ਦਿਖਾਈ ਸੀ, ਠੀਕ ਹੈ ਜੀ। ਬਕਸਰ ਦੀ ਅਤੇ ਪਲਾਸੀ ਦੀ ਲੜਾਈ ਬਹੁਤ ਜ਼ਿਆਦਾ ਫੇਮਸ ਨੇ, ਇਹ ਤੁਸੀਂ ਯਾਦ ਰੱਖਿਓ। ਅਤੇ ਉਸ ਤੋਂ ਬਾਅਦ ਆਪਣੀ ਨਾਲੇ ਜਿਹੜੇ ਵੀ ਤੁਸੀਂ ਨੋਟਸ ਬਣਾਉਣੇ ਨੇ, ਬਹੁਤ ਜ਼ਿਆਦਾ ਡੀਪ ਤੁਹਾਨੂੰ ਲਿਖਣ ਦੀ ਲੋੜ ਨਹੀਂ, ਸ਼ਾਰਟ ਨੋਟ ਹੀ ਬਣਾਇਓ। ਲੜਾਈ ਦਾ ਨਾਮ, ਕਿੱਥੇ ਹੋਈ, ਕਿਹੜੇ ਸਾਲ 'ਚ ਹੋਈ, ਕੌਣ ਵਿਜੇਤਾ ਰਿਹਾ, ਬਸ ਇੰਨਾ ਹੀ ਨੋਟਸ ਬਣਾਉਣਾ ਹੈ, ਇੰਨੇ ਕੁ ਹੀ ਨੋਟਸ ਬਣਾਉਣੇ ਨੇ, ਤਾਂ ਕਿ ਰਿਵੀਜ਼ਨ ਦੇ ਟਾਈਮ 'ਤੇ ਤੁਹਾਨੂੰ ਬਹੁਤ ਜ਼ਿਆਦਾ ਡੂੰਘਾ ਨਾ ਜਾਣਾ ਪਵੇ, ਤੁਸੀਂ ਬਹੁਤ ਜਲਦੀ ਉਹਨੂੰ ਰਿਵਾਈਜ਼ ਕਰ ਸਕੋ, ਠੀਕ ਹੈ ਜੀ। ਜਿਸ ਟਾਈਮ ਰਿਵਾਈਜ਼ ਕਰੋਗੇ ਸਾਰਾ ਕੁਝ ਤੁਹਾਡੇ ਦਿਮਾਗ 'ਚ ਆਪ ਹੀ ਘੁੰਮ ਜਾਣਾ ਹੈ। ਚੱਲਦੇ ਹਾਂ ਅੱਗੇ। ਉਸ ਤੋਂ ਬਾਅਦ ਐਂਗਲੋ ਮੈਸੂਰ ਯੁੱਧ
ਠੀਕ ਹੈ। 4 ਐਂਗਲੋ ਮੈਸੂਰੀ ਯੁੱਧ ਹੋਏ ਨੇ। ਇੱਕ ਹੈਦਰ ਅਲੀ ਅਤੇ ਟੀਪੂ ਸੁਲਤਾਨ ਬਹੁਤ ਜ਼ਿਆਦਾ ਫੇਮਸ ਹਸਤੀਆਂ ਹੋਈਆਂ ਨੇ। ਤੁਸੀਂ ਹੈਦਰ ਅਲੀ ਦਾ ਜੇ ਨਾਮ ਨਹੀਂ ਸੁਣਿਆ ਹੋਣਾ ਤਾਂ ਟੀਪੂ ਸੁਲਤਾਨ ਦਾ ਨਾਮ ਤੁਸੀਂ ਜ਼ਰੂਰ ਸੁਣਿਆ ਹੋਣਾ। ਠੀਕ ਹੈ ਜੀ, ਟੀਪੂ ਸੁਲਤਾਨ ਹੈਦਰ ਅਲੀ ਦਾ ਹੀ ਮੁੰਡਾ ਸੀ। ਅਤੇ ਅੰਗਰੇਜ਼ਾਂ ਨਾਲ ਮੈਸੂਰ ਨੇ 4 ਯੁੱਧ ਕੀਤੇ ਸੀ। ਪਹਿਲਾ ਯੁੱਧ ਕੀਤਾ ਸੀ 1767 ਤੋਂ ਲੈ ਕੇ 69 ਤੱਕ। ਇਹਦੇ ਵਿੱਚ ਹੈਦਰ ਅਲੀ ਨੇ ਅੰਗਰੇਜ਼ਾਂ ਨੂੰ ਹਰਾਤਾ ਸੀ, ਬਹੁਤ ਬੁਰੀ ਤਰ੍ਹਾਂ ਹਰਾਇਆ ਸੀ ਅੰਗਰੇਜ਼ਾਂ ਨੂੰ। ਅੰਗਰੇਜ਼ ਮਤਲਬ ਮਜਬੂਰ ਹੋ ਗਏ ਸੀ ਅੰਗਰੇਜ਼ ਮਦਰਾਸ ਦੀ ਸੰਧੀ ਕਰਨ ਦੇ ਲਈ। ਠੀਕ ਹੈ ਜੀ। ਉਸ ਤੋਂ ਬਾਅਦ 1780 ਦੇ ਵਿੱਚ ਫਿਰ ਤੋਂ ਇਹਨਾਂ ਦੇ ਵਿਚਾਲੇ ਦੂਜਾ ਯੁੱਧ ਹੋਇਆ। ਇਹਦੇ ਵਿੱਚ 1782 'ਚ ਹੈਦਰ ਅਲੀ ਦੀ ਮੌਤ ਹੋ ਗਈ ਸੀ। ਠੀਕ ਹੈ, ਹੈਦਰ ਅਲੀ ਦੀ ਮੌਤ ਹੋ ਗਈ ਅਤੇ 82 ਤੋਂ ਬਾਅਦ ਫਿਰ ਯੁੱਧ ਨੂੰ ਕੰਟੀਨਿਊ ਰੱਖਿਆ ਉਹਦੇ ਮੁੰਡੇ ਟੀਪੂ ਸੁਲਤਾਨ ਨੇ। ਠੀਕ ਹੈ ਜੀ, ਉਹਦਾ ਬੇਟਾ ਟੀਪੂ ਸੁਲਤਾਨ ਵੀ ਲੜਿਆ 2 ਸਾਲ ਤੱਕ, ਪਰ ਫਿਰ ਜਿਸ ਟਾਈਮ ਉਹਨੂੰ ਲੱਗਿਆ ਕਿ ਅਸੀਂ ਕਿਸੇ ਮਤਲਬ ਅਜੇ ਅੰਗਰੇਜ਼ਾਂ ਨਾਲ ਲੜਨ ਦੇ ਕਾਬਿਲ ਨਹੀਂ ਹੈਗੇ, ਠੀਕ ਹੈ, ਅੰਗਰੇਜ਼ਾਂ ਦੀ ਪਾਵਰ ਜ਼ਿਆਦਾ ਹੈ ਸਾਡੇ ਨਾਲੋਂ, ਫਿਰ ਉਹਨੇ ਮੰਗਲੌਰ ਦੀ ਸੰਧੀ ਕਰ ਲਈ ਸੀ। ਠੀਕ ਹੈ ਜੀ, ਪਹਿਲਾ ਮਤਲਬ ਕਿ ਇਹ ਦੂਸਰੇ ਯੁੱਧ ਦੇ ਵਿੱਚ ਮੈਂਗਲੌਰ ਦੀ ਸੰਧੀ ਨਾਲ ਇਹ ਯੁੱਧ ਖਤਮ ਹੋ ਗਿਆ ਸੀ। ਉਸ ਤੋਂ ਬਾਅਦ ਜਿਹੜਾ ਤੀਸਰਾ ਯੁੱਧ ਹੋਇਆ 1790 ਦੇ ਵਿੱਚ, 1799 ਦੇ ਵਿੱਚ ਟੀਪੂ ਸੁਲਤਾਨ ਨੇ ਮਦਰਾਸ 'ਤੇ ਹਮਲਾ ਕੀਤਾ ਸੀ। ਮਦਰਾਸ ਟੈਰੀਟਰੀ ਸੀ ਬ੍ਰਿਟਿਸ਼ਰਸ ਦੀ। ਇਸ ਦੇ ਲਈ ਉਹਨਾਂ ਨੇ ਕੀ ਕਰਿਆ, 1790 'ਚ ਉਹਨਾਂ ਨੇ ਮਤਲਬ ਮੈਸੂਰ 'ਤੇ ਹਮਲਾ ਕਰਤਾ ਅਤੇ 1790 ਤੋਂ 92 ਦੇ ਵਿੱਚ ਇਹ ਚੱਲੀ। ਉਸ ਤੋਂ ਬਾਅਦ ਸ਼੍ਰੀ ਰੰਗਪਟਨਮ ਦੀ ਸੰਧੀ ਟੀਪੂ ਸੁਲਤਾਨ ਨੇ ਅੰਗਰੇਜ਼ਾਂ ਨਾਲ ਕਰ ਲਈ ਸੀ ਅਤੇ 1792 'ਚ ਇਹ ਲੜਾਈ ਵੀ ਖਤਮ ਹੋ ਗਈ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਚੌਥੀ ਅਤੇ ਆਖਰੀ ਲੜਾਈ ਸੀ 1797 ਤੋਂ 99 ਤੱਕ, ਇਸ ਟਾਈਮ 'ਤੇ ਲਾਰਡ ਵੈਲੇਜ਼ਲੀ ਸੀ। ਵੈਲੇਜ਼ਲੀ, ਠੀਕ ਹੈ ਜੀ, ਜਿਹੜਾ ਬ੍ਰਿਟਿਸ਼ਰਸ ਦਾ ਗਵਰਨਰ ਜਨਰਲ ਸੀ ਉਸ ਟਾਈਮ 'ਤੇ। ਅਤੇ ਇਹਨਾਂ ਦੇ ਵਿਚਾਲੇ ਲੜੀ ਗਈ ਸੀ। ਇਹਦੇ ਵਿੱਚ 1799 ਦੇ ਵਿੱਚ ਟੀਪੂ ਸੁਲਤਾਨ ਮਾਰਿਆ ਗਿਆ ਸੀ। ਟੀਪੂ ਸੁਲਤਾਨ ਦੇ ਮਰਨ ਨਾਲ ਹੀ ਮੈਸੂਰ ਜਿਹੜਾ ਸਾਮਰਾਜ ਸੀ, ਮੈਸੂਰ ਦਾ ਜਿਹੜਾ ਅੰਤ ਹੋ ਗਿਆ ਸੀ। ਠੀਕ ਹੈ ਜੀ, ਚੱਲਦੇ ਹਾਂ ਅੱਗੇ। ਭਾਰਤ ਅਤੇ ਚਾਈਨਾ ਦੀ ਸਰਹੱਦੀ ਜੰਗ 1962 ਦੇ ਵਿੱਚ ਹੋਈ ਸੀ। ਇਹਦੇ ਵਿੱਚ ਭਾਰਤ ਨੂੰ ਆਪਣੇ ਕੁਝ ਹਿੱਸੇ ਛੱਡਣੇ ਪਏ ਸੀ। ਇੱਕ ਚੀਜ਼ ਹੋਰ ਤੁਸੀਂ ਯਾਦ ਰੱਖਿਓ ਕਿ ਆਰਟੀਕਲ 352 ਦੇ ਵਿੱਚ ਪ੍ਰੈਜ਼ੀਡੈਂਟ ਮਤਲਬ ਰਾਸ਼ਟਰੀ ਰਾਜ ਉਹ ਘੋਸ਼ਿਤ ਕਰਦੇ ਨੇ, ਨੈਸ਼ਨਲ ਐਮਰਜੈਂਸੀ ਘੋਸ਼ਿਤ ਕਰਦੇ ਨੇ। ਠੀਕ ਹੈ ਜੀ। ਨੈਸ਼ਨਲ ਐਮਰਜੈਂਸੀ ਘੋਸ਼ਿਤ ਕਰਨ ਵਾਸਤੇ ਤਿੰਨ ਕ੍ਰਾਈਟੇਰੀਆ ਹੁੰਦੇ ਨੇ ਕਿ ਜਾਂ ਤਾਂ ਬਾਹਰੀ ਆਕਰਮਣ ਹੋ ਜੇ, ਜਾਂ ਫਿਰ ਯੁੱਧ ਹੋ ਜੇ, ਅਤੇ ਜਾਂ ਫਿਰ ਆਰਮਡ ਰਿਵੈਲੀਅਨ ਹੋ ਜੇ। ਠੀਕ ਹੈ ਜੀ, ਆਰਮਡ ਰਿਵੈਲੀਅਨ ਮਤਲਬ ਸਸ਼ਸਤਰ ਵਿਦਰੋਹ ਹੋ ਜੇ। ਇਹਨਾਂ ਤਿੰਨਾਂ ਦੇ ਆਧਾਰ 'ਤੇ ਜਿਹੜੀ ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰੀ ਜਾ ਸਕਦੀ ਹੈ। ਹੁਣ ਜਿਸ ਟਾਈਮ 1962 ਦਾ ਯੁੱਧ ਹੋਇਆ ਤਾਂ ਪ੍ਰੈਜ਼ੀਡੈਂਟ ਨੇ ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰਤੀ ਸੀ ਉਸ ਟਾਈਮ 'ਤੇ। ਉਸ ਤੋਂ ਬਾਅਦ 1965 ਦੇ ਵਿੱਚ ਪਾਕਿਸਤਾਨ ਨਾਲ ਸਾਡਾ ਯੁੱਧ ਹੋਇਆ, ਕਿਉਂਕਿ 1962 'ਚ ਪਹਿਲੀ ਐਮਰਜੈਂਸੀ ਲੱਗੀ ਹੋਈ ਸੀ, ਉਹ ਐਮਰਜੈਂਸੀ ਅਜੇ ਖਤਮ ਹੋਈ ਨਹੀਂ ਸੀ, ਇਸ ਲਈ ਸਾਨੂੰ 1965 ਦੇ ਵਿੱਚ ਐਮਰਜੈਂਸੀ ਡਿਕਲੇਅਰ ਕਰਨ ਦੀ ਨਹੀਂ ਲੋੜ ਪਈ। ਠੀਕ ਹੈ, 1965 ਦੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਬਹੁਤ ਬੁਰੀ ਤਰ੍ਹਾਂ ਹਰਾਤਾ ਸੀ। ਸ਼ਿਮਲਾ ਸਮਝੌਤੇ ਦੇ ਨਾਲ ਇਹ ਜਿਹੜਾ ਯੁੱਧ ਸੀ ਇਹ ਖਤਮ ਹੋ ਗਿਆ ਸੀ। ਪਰ ਫਿਰ ਵੀ ਕਿਉਂਕਿ 2 ਬਹੁਤ ਵੱਡੀਆਂ ਲੜਾਈਆਂ ਲੜਨ ਕਰਕੇ ਜਿਹੜੀ ਸਾਡੀ ਇਕੋਨਮੀ ਸੀ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ ਸੀ। ਉਸ ਤੋਂ ਬਾਅਦ 1966, 67 ਅਤੇ 1968 ਇਹਨਾਂ 3 ਸਾਲਾਂ ਦੇ ਵਿੱਚ ਸਾਨੂੰ ਹੌਲੀਡੇ ਪਲਾਨ ਲੈ ਕੇ ਆਉਣਾ ਪਿਆ। ਹੌਲੀਡੇ ਪਲਾਨ ਮਤਲਬ ਕਿ ਜਿਵੇਂ 5 ਸਾਲਾਂ ਯੋਜਨਾ ਸਰਕਾਰ ਲੈ ਕੇ ਆ ਰਹੀ ਸੀ, ਹਰ 5 ਸਾਲਾਂ ਦੇ ਲਈ ਯੋਜਨਾ ਲੈ ਕੇ ਆਉਂਦੀ ਸੀ ਕਿ 5 ਸਾਲਾਂ ਦੇ ਵਿੱਚ ਅਸੀਂ ਇਹ ਕੁਛ ਕਰਨਾ ਹੈ। ਅਤੇ 1965 ਤੱਕ ਤਾਂ ਉਹ ਚੱਲੀ, ਪਰ 66, 67, 68 ਦੇ ਵਿੱਚ ਇਹਨਾਂ ਨੂੰ ਇਹ 1 ਸਾਲਾ ਯੋਜਨਾ ਲਿਆਉਣੀ ਪਈ ਕਿ 1 ਸਾਲ ਦਾ ਇਹ ਪਲਾਨ ਬਣਾ ਕੇ ਦਿੰਦੇ ਸੀ ਕਿ ਹਾਂ ਅਸੀਂ 1 ਸਾਲ ਦੇ ਵਿੱਚ ਆਹ ਕਰਾਂਗੇ। 66 ਤੋਂ 67 ਤੱਕ, 67 ਤੋਂ 68 ਤੱਕ, 68 ਤੋਂ 69 ਤੱਕ, ਇਹ 3 ਸਾਲਾਂ ਦੇ 1 ਸਾਲਾ ਪਲਾਨ ਲੈ ਕੇ ਆਏ ਸੀ। ਇਹਨਾਂ ਨੂੰ ਕਿਹਾ ਗਿਆ ਸੀ ਹੌਲੀਡੇ ਪਲਾਨਸ। ਠੀਕ ਹੈ ਜੀ। ਅਤੇ ਚੱਲਦੇ ਹਾਂ ਅੱਗੇ। 1971 ਦੇ ਵਿੱਚ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਇੱਕ ਹੋਰ ਯੁੱਧ ਹੋਇਆ ਸੀ। ਜੇ ਤੁਹਾਡੇ ਦਿਮਾਗ 'ਚ ਹੋਵੇ ਕਿ ਬੰਗਲਾਦੇਸ਼ ਇੱਕ ਟੈਰੀਟਰੀ ਹੈ, ਮੈਂ ਪਤਾ ਇੱਥੇ ਠੀਕ ਹੈ, ਮੈਪ ਦੀ ਤਾਂ ਸੈਟਿੰਗ ਇੰਨੀ ਇੱਥੇ ਹੋਣੀ ਨਹੀਂ। ਠੀਕ ਹੈ, ਇੱਥੇ ਮਤਲਬ ਕਿ ਇੱਥੇ ਤਾਂ ਹੈ ਬੰਗਲਾਦੇਸ਼ ਅਤੇ ਇੱਥੇ ਹੈ ਪਾਕਿਸਤਾਨ। ਉਸ ਟਾਈਮ ਇਹ ਬੰਗਲਾਦੇਸ਼ ਨਹੀਂ ਹੁੰਦਾ ਸੀ 1971 ਤੱਕ, ਇਹ ਪਾਕਿਸਤਾਨ ਹੀ ਹੁੰਦਾ ਸੀ। ਇਹਨੂੰ ਕਹਿੰਦੇ ਸੀ ਈਸਟਰਨ ਪਾਕਿਸਤਾਨ, ਇਹਨੂੰ ਕਹਿੰਦੇ ਸੀ ਵੈਸਟਰਨ ਪਾਕਿਸਤਾਨ। ਇਸ ਟੈਰੀਟਰੀ ਦੇ ਹੀ ਮਤਲਬ ਜਿਹੜੇ ਹੁੰਦੇ ਸੀ ਸਰਕਾਰ ਦੇ ਵਿੱਚ ਜ਼ਿਆਦਾ ਮੈਂਬਰਸ ਹੁੰਦੇ ਸੀ, ਸਰਕਾਰ ਇਹੀ ਚਲਾਉਂਦੇ ਸੀ, ਇਹਨਾਂ ਨੂੰ ਇਹ ਜ਼ਿਆਦਾ ਵਧੀਆ ਨਹੀਂ ਸਮਝਦੇ ਸੀ। ਠੀਕ ਹੈ ਜੀ। ਅਤੇ ਇਹਨਾਂ ਨੂੰ ਕੁਛ ਜ਼ਿਆਦਾ ਫੈਸਿਲਿਟੀ ਵੀ ਨਹੀਂ ਦਿੱਤੀਆਂ ਜਾਂਦੀਆਂ ਸੀ। ਤਾਂ ਕਰਕੇ ਇਹਨਾਂ ਨੇ ਕੀ ਕੀਤਾ, ਇਸ ਟੈਰੀਟਰੀ ਨੇ ਇੱਕ ਅਲੱਗ ਤੋਂ ਦੇਸ਼ ਦੀ ਮੰਗ ਕਰੀ।
ਠੀਕ ਹੈ। ਫਿਰ ਉਸ ਟਾਈਮ ਤੇ 1971 ਦੇ ਵਿੱਚ ਭਾਰਤ ਨੇ ਬੰਗਲਾਦੇਸ਼ ਦੀ ਮਤਲਬ ਜਿਹੜਾ ਉਸ ਟਾਈਮ ਈਸਟਰਨ ਪਾਕਿਸਤਾਨ ਸੀ ਇਹਦੀ ਮਦਦ ਕੀਤੀ ਸੀ ਇੱਕ ਅਲੱਗ ਤੋਂ ਰਾਜ ਬਣਾਉਣ ਦੇ ਲਈ। 16 ਦਸੰਬਰ 1971 ਨੂੰ ਬੰਗਲਾਦੇਸ਼ ਨੂੰ ਇੱਕ ਅਲੱਗ ਤੋਂ ਰਾਜ ਬਣਾ ਦਿੱਤਾ ਗਿਆ ਸੀ। ਠੀਕ ਹੈ ਜੀ। ਇਹਦੇ ਲਈ ਭਾਰਤ ਦੀ ਫੌਜ ਨੇ ਆਪਰੇਸ਼ਨ ਟਰਾਈਡੈਂਟ ਚਲਾਇਆ ਸੀ। ਟਰਾਈਡੈਂਟ ਪੰਜਾਬ ਦੀ ਇੱਕ ਬਹੁਤ ਵੱਡੀ ਕੰਪਨੀ ਵੀ ਹੈ, ਠੀਕ ਆ, ਉਹਦੇ ਨਾਲ ਵੀ ਤੁਸੀਂ ਰਿਲੇਟ ਕਰਕੇ ਯਾਦ ਰੱਖ ਸਕਦੇ ਹੋ। ਆਪਰੇਸ਼ਨ ਟਰਾਈਡੈਂਟ ਚਲਾ ਕੇ ਭਾਰਤ ਦੀ ਫੌਜ ਨੇ ਪਾਕਿਸਤਾਨ ਨੂੰ ਮਤਲਬ ਕਿ ਇਹਨੂੰ ਆਜ਼ਾਦ ਕਰਨ ਦੇ ਲਈ ਮਜਬੂਰ ਕਰਤਾ ਸੀ। ਠੀਕ ਹੈ ਜੀ। ਮਤਲਬ 16 ਦਸੰਬਰ 1971 'ਚ ਫਿਰ ਜਿਹੜਾ ਬੰਗਲਾਦੇਸ਼ ਸੀ ਇੱਕ ਨਵਾਂ ਦੇਸ਼ ਬਣ ਗਿਆ। ਚੱਲਦੇ ਹਾਂ ਜੀ ਅੱਗੇ। ਅਤੇ ਅੱਜ ਦੀ ਆਖਰੀ ਜਿਹੜੀ ਵਾਰ ਹੈ ਉਹ ਹੈ ਕਾਰਗਿਲ ਦਾ ਯੁੱਧ, 1999 ਦੇ ਵਿੱਚ ਲੜਿਆ ਗਿਆ ਸੀ। ਇਹਦੇ ਵਿੱਚ ਵੀ ਜੰਮੂ ਕਸ਼ਮੀਰ ਦੇ ਜੰਮੂ ਕਸ਼ਮੀਰ ਅਤੇ ਕਾਰਗਿਲ ਦੇ ਖੇਤਰਾਂ 'ਚ ਪਾਕਿਸਤਾਨ ਨੇ ਮਤਲਬ ਕੁਛ ਘੁਸਪੈਠ ਕੀਤੀ ਸੀ ਅਤੇ ਭਾਰਤ ਦੀ ਫੌਜ ਨੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਹਰਾਇਆ ਸੀ। ਅਤੇ ਇਹ ਤੁਹਾਡੀਆਂ ਜਿਹੜੀਆਂ ਮਤਲਬ ਫੇਮਸ ਜਿੰਨੇ ਵੀ ਯੁੱਧ ਹੋਏ ਨੇ ਇਹ ਅਸੀਂ ਤੁਹਾਨੂੰ ਇਹਦੇ ਵਿੱਚ ਕਵਰ ਕਰਵਾ ਚੁੱਕੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਤੁਹਾਡੀਆਂ ਜਿਹੜੀਆਂ ਹੁਣ ਹੋਰ ਜਿਹੜੀਆਂ ਮੇਨ ਰਹਿ ਗਈਆਂ, ਇੱਕ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਵਾਰਸ ਰਹਿ ਗਈਆਂ ਹੈ ਨਾ, ਗੁਰੂ ਗੋਬਿੰਦ ਸਿੰਘ ਜੀ ਦੇ ਯੁੱਧ ਰਹਿ ਗਏ। ਉਸ ਤੋਂ ਬਿਨਾਂ ਤੁਹਾਡੇ ਰਹਿ ਗਏ ਜਿਹੜੇ ਐਂਗਲੋ ਸਿੱਖ ਵਾਰਾਂ ਨੇ, ਐਂਗਲੋ ਸਿੱਖ ਵਾਰ 1 ਅਤੇ ਮਤਲਬ 2, ਉਹਨਾਂ ਦੋਨਾਂ ਦੇ ਵਿੱਚ ਜਿੰਨੀਆਂ ਲੜਾਈਆਂ ਲੜੀਆਂ ਗਈਆਂ ਨੇ ਇਹਨਾਂ ਦੇ ਲਈ ਅਸੀਂ ਤੁਹਾਨੂੰ ਅਲੱਗ ਤੋਂ ਵੀਡੀਓ ਬਣਾ ਕੇ ਦੇ ਦਾਂਗੇ। ਠੀਕ ਹੈ ਜੀ। ਹੁਣ ਇਹ ਜਿਹੜੀ ਵੀ ਇਹ ਯੁੱਧ ਤੁਹਾਨੂੰ ਅਸੀਂ ਦੱਸੇ ਨੇ ਇਹਨਾਂ ਦੇ ਤੁਸੀਂ ਨੋਟਸ ਬਣਾ ਲਿਓ। ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਜਿਵੇਂ ਬਾਰ-ਬਾਰ ਵੀਡੀਓ ਦੇਖਦੇ ਰਹੋਗੇ ਤੁਹਾਡਾ ਟਾਈਮ ਬਹੁਤ ਜ਼ਿਆਦਾ ਵੇਸਟ ਹੋਣਾ ਹੈ। ਉਹਦੇ ਨਾਲੋਂ ਵਧੀਆ ਕਿ ਤੁਸੀਂ ਆਪਣੇ ਸ਼ਾਰਟ ਨੋਟ ਬਣਾ ਕੇ ਰੱਖ ਲਓ ਤਾਂ ਕਿ ਤੁਸੀਂ ਆਪਣੇ ਐਗਜ਼ਾਮਸ ਤੋਂ ਪਹਿਲਾਂ ਉਹਨਾਂ ਨੂੰ 5-7 ਮਿੰਟ ਦੇ ਵਿੱਚ ਇੱਕ ਟੌਪਿਕ ਨੂੰ ਤੁਸੀਂ ਰਿਵਾਈਜ਼ ਕਰਦੇ ਚੱਲੋ। ਠੀਕ ਹੈ ਜੀ। ਠੀਕ ਹੈ ਦੋਸਤੋ, ਅੱਜ ਦੇ ਲਈ ਇੰਨਾ ਹੀ। ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਅਤੇ ਅਪਡੇਟ ਰਹਿਣ ਦੇ ਲਈ ਜਿਹੜੀਆਂ ਵੀ ਗੌਰਮੈਂਟ ਵੈਕੈਂਸੀਜ਼ ਆਉਂਦੀਆਂ ਨੇ ਹਰ ਇੱਕ ਚੀਜ਼ ਦੇ ਨਾਲ ਅਪਡੇਟ ਰਹਿਣ ਦੇ ਲਈ ਤੁਸੀਂ ਸਾਡਾ ਟੈਲੀਗ੍ਰਾਮ ਚੈਨਲ ਜ਼ਰੂਰ ਜੁਆਇਨ ਕਰ ਲਓ। ਟੈਲੀਗ੍ਰਾਮ ਚੈਨਲ ਦਾ ਲਿੰਕ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਅਸੀਂ ਪਿੰਨ ਕਰਵਾ ਦਾਂਗੇ। ਠੀਕ ਹੈ ਜੀ। ਕੀਪ ਸਟੱਡਿੰਗ, ਟੇਕ ਕੇਅਰ, ਸਤਿ ਸ਼੍ਰੀ ਅਕਾਲ।